मॉर्निंग स्टूडेंट्स। हाँ जी, आज हम नेक्स्ट चैप्टर करेंगे, चैप्टर नंबर 7 प्रॉफिट। वैसे आप सबको पता ही है, एंटरप्रेन्योर जिसको हम उद्यमी बोलते हैं, जो सब कुछ मैनेज करता है, ऑर्गेनाइज करता है, सारा रिस्क उठाता है, उसको जो रिस्क उठाने के बदले में जो पार्ट ऑफ इनकम मिलता है उसको क्या बोलते हैं? प्रॉफिट। हाँ जी, प्रॉफिट दो तरह का होता है, मतलब दो तरीके से हम उसको डिफाइन कर सकते हैं। फर्स्ट क्या है? लाभ ਦੀ ਮਾਤਰਾ ਦੇ ਅਨੁਸਾਰ। ਠੀਕ ਹੈ, ਬਹੁਤ ਹੀ ਮਤਲਬ ਸਿੰਪਲ ਹੈ ਕਿ ਇਹਦੇ ਵਿੱਚ ਆਪਾਂ ਨੂੰ ਮਤਲਬ ਇੱਕ ਐਗਜ਼ਾਮਪਲ ਨਾਲ ਸਮਝਾਇਆ ਹੋਇਆ, ਜਿਵੇਂ ਫਰਨੀਚਰ ਬਣਾਉਣ ਵਾਲੀ ਇੱਕ ਫਰਮ ਹੈ, ਉਹਨੂੰ ਟੋਟਲ ਕੋਸਟ ਖਰਚਾ ਕਿੰਨਾ ਆ ਰਿਹਾ 10,000 ਅਤੇ ਉਸ ਫਰਨੀਚਰ ਨੂੰ ਸੇਲ ਕਰਕੇ ਟੋਟਲ ਇਨਕਮ ਹੋ ਰਹੀ ਹੈ 12,000। ਦੋਨਾਂ ਦਾ ਜੋ ਡਿਫਰੈਂਸ ਹੈ 2,000, ਉਹ ਕੀ ਹੋ ਗਿਆ? ਲਾਭ। ਜਾਂ ਦੂਸਰਾ ਲਾਭ ਦੇ ਸਰੋਤ ਦੇ ਅਨੁਸਾਰ। ਲਾਭ ਦਾ ਸਰੋਤ ਮਤਲਬ ਤੁਹਾਨੂੰ ਇਨੋਵੇਸ਼ਨਸ ਕਰਕੇ ਹੈ ਨਾ, ਜਾਂ ਜੋਖਿਮ ਉਠਾਉਣ ਕਰਕੇ ਜਾਂ ਅਨਿਸ਼ਚਿਤਤਾ ਕਰਕੇ ਜਿਹੜੇ ਵੀ ਰੀਜ਼ਨ ਕਰਕੇ ਮਿਲਿਆ, ਉਹ ਵੀ ਕੀ ਹੋ ਗਿਆ? ਲਾਭ। ਉਹ ਆਪਾਂ ਉਹਦੇ ਸਰੋਤ ਦੇ ਅਕੋਰਡਿੰਗ ਦੇਖ ਰਹੇ ਹਾਂ। ਹਾਂਜੀ, ਉਸ ਤੋਂ ਬਾਅਦ ਇੱਕ ਹੁੰਦਾ ਕੁੱਲ ਲਾਭ, ਗਰੋਸ ਪ੍ਰੋਫਿਟ। ਇੱਕ ਹੁੰਦਾ ਨੈੱਟ ਜਾਂ ਇਕਨੋਮਿਕ ਪ੍ਰੋਫਿਟ। ਜਿਹੜਾ ਕੁੱਲ ਲਾਭ ਹੈ ਉਹ ਕੀ ਹੈ? ਕੁੱਲ ਆਮਦਨ ਮਾਈਨਸ ਬਾਹਰੀ ਲਾਗਤਾਂ। ਦੇਖੋ, ਬਾਹਰੀ ਲਾਗਤਾਂ ਮਤਲਬ ਤੁਸੀਂ ਬਾਹਰ ਕਿਸੇ ਪਰਸਨ ਤੋਂ ਜ਼ਮੀਨ ਲਈ ਸੀ ਉਧਾਰ, ਉਹਨੂੰ ਰੈਂਟ ਪੇ ਕਰੋਗੇ, ਪੈਸਾ ਕੈਪੀਟਲ ਲਿਆ ਸੀ ਹੈ ਨਾ, ਉਹਨੂੰ ਇੰਟਰਸਟ ਪੇ ਕਰੋਗੇ। ਅਗਰ ਤਾਂ ਤੁਸੀਂ ਸਿਰਫ ਬਾਹਰੀ ਲਾਗਤਾਂ ਨੂੰ ਹੀ ਮਾਈਨਸ ਕਰਦੇ ਹੋ ਤਾਂ ਜੋ ਪ੍ਰੋਫਿਟ ਬਚੂਗਾ ਉਹ ਹੋਊਗਾ ਕੁੱਲ ਲਾਭ। ਲੇਕਿਨ ਸ਼ੁੱਧ ਲਾਭ ਕਿਹੜਾ ਹੋਊਗਾ? ਕੁੱਲ ਲਾਭ ਦੇ ਵਿੱਚੋਂ ਵੀ ਤੁਸੀਂ ਆਂਤਰਿਕ ਲਾਗਤਾਂ ਮਾਈਨਸ ਕਰੋਗੇ। ਜਿਵੇਂ ਤੁਹਾਡੇ ਖੁਦ ਦੇ ਫੈਮਿਲੀ ਮੈਂਬਰਸ ਨੇ ਕੰਮ ਕੀਤਾ ਤਾਂ ਉਹਨਾਂ ਨੂੰ ਵੀ ਤਾਂ ਕੁਝ ਪੇ ਕਰੋਗੇ। ਤੁਹਾਡੀ ਖੁਦ ਦੀ ਜ਼ਮੀਨ ਸੀ, ਤੁਸੀਂ ਉਹ ਯੂਜ਼ ਕੀਤੀ ਹੈ, ਠੀਕ ਹੈ, ਤਾਂ ਉਹਦਾ ਜੋ ਰੈਂਟ ਬਣਦਾ ਹੈ, ਕਿਉਂਕਿ ਜੇ ਤੁਸੀਂ ਉਹ ਖੁਦ ਆਪਣੀ ਜ਼ਮੀਨ ਨਾ ਯੂਜ਼ ਕਰਦੇ, ਕਿਸੇ ਹੋਰ ਨੂੰ ਦੇ ਕੇ ਉਹਦੇ ਉੱਪਰ ਰੈਂਟ ਕਮਾ ਤਾਂ ਸਕਦੇ ਸੀ ਨਾ। ਤਾਂ ਇਹ ਸਾਰੀਆਂ ਹੋ ਗਈਆਂ ਆਂਤਰਿਕ ਲਾਗਤਾਂ ਜੋ ਤੁਹਾਨੂੰ ਦੇਣੀਆਂ ਨਹੀਂ ਪੈ ਰਹੀਆਂ ਬਟ ਬਣਦੀਆਂ ਤਾਂ ਹੈਗੀਆਂ ਨੇ। ਤਾਂ ਕੁੱਲ ਲਾਭ ਦੇ ਵਿੱਚੋਂ ਇਹਨਾਂ ਨੂੰ ਮਾਈਨਸ ਕਰਨ ਤੋਂ ਬਾਅਦ ਜੋ ਬਚਦਾ ਉਹ ਹੁੰਦਾ ਆਪਣਾ ਇਕਨੋਮਿਕ ਜਾਂ ਫਿਰ ਨੈੱਟ ਪ੍ਰੋਫਿਟ। ਹਾਂਜੀ, ਅੱਗੇ ਦੱਸਿਆ ਵੀ ਹੋਇਆ ਵੀ ਜੋ ਇਕਨੋਮਿਕ ਜਾਂ ਨੈੱਟ ਪ੍ਰੋਫਿਟ ਹੈ ਉਹਦੇ ਐਲੀਮੈਂਟਸ ਕੀ ਨੇ? ਰਿਵਾਰਡ ਫॉर ਰਿਸਕ ਟੇਕਿੰਗ, ਕਿ ਮਤਲਬ ਐਂਟਰਪ੍ਰੇਨਿਓਰ ਨੇ ਰਿਸਕ ਉਠਾਇਆ ਉਸ ਲਈ ਉਹਨੂੰ ਮਿਲ ਰਿਹਾ। ਰਿਵਾਰਡ ਫॉर ਬੀਅਰਿੰਗ ਅਨਸਰਟੇਨਿਟੀ, ਕਿਉਂਕਿ ਦੇਖੋ ਫਿਊਚਰ ਅਨਸਰਟੇਨ ਹੈ, ਮਾਰਕੀਟ ਅਨਸਰਟੇਨ ਹੈ, ਤਾਂ ਉਸ ਅਨਸਰਟੇਨਿਟੀ ਕਰਕੇ ਤੁਹਾਨੂੰ ਇਹ ਰਿਵਾਰਡ ਮਿਲਣਾ ਚਾਹੀਦਾ। ਫॉर ਐਬਿਲਿਟੀ, ਕਿਉਂਕਿ ਤੁਸੀਂ ਹੈ ਨਾ ਅਲੱਗ-ਅਲੱਗ ਫੈਕਟਰਸ ਨੂੰ ਕੰਮ 'ਤੇ ਲਗਾਇਆ, ਸਹੀ ਉਹਨਾਂ ਨੂੰ ਮੈਨੇਜ ਕੀਤਾ ਤਾਂ ਤੁਹਾਨੂੰ ਮਿਲਣਾ ਚਾਹੀਦਾ। ਮੋਨੋਪਲੀ ਗੇਨਸ, ਕਿ ਮਾਰਕੀਟ ਵਿੱਚ ਹੋ ਸਕਦਾ ਇੱਕੋ ਹੀ ਫਰਮ ਹੋਵੇ, ਠੀਕ ਹੈ, ਤਾਂ ਮਤਲਬ ਉਹ ਫਰਮ ਹੀ ਤੁਹਾਨੂੰ ਪ੍ਰੋਡਕਸ਼ਨ ਕਰਕੇ ਦੇ ਰਹੀ ਹੈ, ਤੁਸੀਂ ਸਭ ਕੁਝ ਔਰਗੇਨਾਈਜ਼ ਕਰਕੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਮਿਲਣਾ ਚਾਹੀਦਾ। ਵਿੰਡਫੋਲ ਗੇਨਸ ਹੁੰਦਾ ਅਚਾਨਕ ਲਾਭ ਹੋਣੇ, ਹੁਣ ਜਿਵੇਂ ਕੋਵਿਡ ਦੀ ਸਿਚੁਏਸ਼ਨ ਕਰਕੇ ਹੈ ਨਾ, ਕੋਵਿਡ ਦੀ ਸਿਚੁਏਸ਼ਨ ਕਰਕੇ ਤੁਹਾਨੂੰ ਚੀਜ਼ ਦਾ ਪ੍ਰਾਈਸ ਵੱਧ ਮਿਲ ਜੇ, ਜਾਂ ਫਿਰ ਇਨੋਵੇਸ਼ਨਸ ਕਰਕੇ, ਠੀਕ ਹੈ। ਇਹਦਾ ਮਤਲਬ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੋਇਆ? ਜੋ ਗਰੋਸ ਪ੍ਰੋਫਿਟ ਹੈ ਉਹ ਇੱਕ ਬਰੋਡਰ ਟਰਮ ਹੈ ਨੈੱਟ ਪ੍ਰੋਫਿਟ ਨਾਲੋਂ, ਕਿਉਂਕਿ ਨੈੱਟ ਪ੍ਰੋਫਿਟ ਤਾਂ ਉਹਦੇ ਵਿੱਚ ਹੀ ਇੰਕਲੂਡਿਡ ਹੈ, ਔਰ ਜੋ ਗਰੋਸ ਪ੍ਰੋਫਿਟ ਹੈ ਉਹਦੇ ਵਿੱਚ ਮਤਲਬ ਜਿਹੜੇ ਪ੍ਰੋਡਿਊਸਰ ਦੇ, ਐਂਟਰਪ੍ਰੇਨਿਓਰ ਦੇ ਖੁਦ ਦੇ ਸਾਧਨ ਹੁੰਦੇ ਨੇ ਉਹਨਾਂ ਦੀ ਲਾਗਤ ਵੀ ਸ਼ਾਮਿਲ ਹੁੰਦੀ ਹੈ, ਪਰ ਨੈੱਟ ਪ੍ਰੋਫਿਟ ਦੇ ਵਿੱਚ ਉਹ ਨਹੀਂ ਹੁੰਦੀ। ਕੁਝ ਖਾਸ ਨਹੀਂ ਸੀ, ਜਸਟ ਇੱਦਾਂ ਹੀ ਦੱਸਿਆ ਹੋਇਆ। ਨੈਕਸਟ ਹੈਗਾ ਡਜ਼ ਪ੍ਰੋਫਿਟ ਐਂਟਰ ਇਨਟੂ ਪ੍ਰਾਈਸ, ਕੀ ਜੋ ਕੀਮਤ ਹੈ ਉਹਦੇ ਵਿੱਚ ਲਾਭ ਸ਼ਾਮਿਲ ਹੁੰਦਾ ਜਾਂ ਨਹੀਂ। ਇਹਨੂੰ ਲੈ ਕੇ ਦੇਖੋ ਦੋ ਕੰਸੈਪਟ ਨੇ। ਪਹਿਲਾ ਤਾਂ ਹੈਗਾ ਕੋਸਟ ਐਂਡ ਨੋਰਮਲ ਪ੍ਰੋਫਿਟ। ਇਹਦੇ ਵਿੱਚ ਉਹ ਕੀ ਕਹਿ ਰਹੇ ਨੇ ਵੀ ਜੇ ਤਾਂ ਕਿਸੇ ਐਂਟਰਪ੍ਰੇਨਿਓਰ ਨੇ ਨੋਰਮਲ ਜਿਹਾ ਪ੍ਰੋਫਿਟ ਕਮਾਉਣਾ ਹੈ, ਨੋਰਮਲ ਜੋ ਉਹਦਾ ਹੱਕ ਬਣਦਾ ਹੈ ਨਾ, ਫਿਰ ਤਾਂ ਉਹ ਪ੍ਰਾਈਸ ਦੇ ਵਿੱਚ ਸ਼ਾਮਿਲ ਹੋਊਗਾ। ਲੇਕਿਨ ਇੱਕ ਹੁੰਦਾ ਸੁਪਰ ਨੋਰਮਲ ਪ੍ਰੋਫਿਟ, ਨੋਰਮਲ ਤੋਂ ਕੁਛ ਜ਼ਿਆਦਾ ਪ੍ਰੋਫਿਟ, ਕਿਉਂਕਿ ਉਹਨਾਂ ਬਾਰੇ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਜਿਵੇਂ ਮੈਂ ਤੁਹਾਨੂੰ ਹੁਣੀ ਐਗਜ਼ਾਮਪਲ ਦਿੱਤੀ ਹੈ ਕੋਵਿਡ ਦੀ, ਤਾਂ ਵੈਕਸੀਨਸ ਲਗਾ ਲਓ ਜਾਂ ਜੋ ਵੀ ਮਤਲਬ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਹੈ ਨਾ, ਉਹਨਾਂ ਦੇ ਉੱਪਰ ਇਸ ਟਾਈਮ ਸੁਪਰ ਨੋਰਮਲ ਪ੍ਰੋਫਿਟਸ ਮਿਲਣਗੇ, ਤਾਂ ਉਹ ਪਤਾ ਤਾਂ ਨਹੀਂ ਸੀ, ਤਾਂ ਉਹ ਲਾਗਤ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ, ਕੀਮਤ ਦੇ ਵਿੱਚ। ਉਸ ਤੋਂ ਬਾਅਦ ਜੋ ਆਪਣਾ ਮੇਨ ਕੰਸੈਪਟ ਸ਼ੁਰੂ ਹੁੰਦਾ ਉਹ ਹੈਗੇ ਨੇ ਥਿਓਰੀਜ਼ ਆਫ ਪ੍ਰੋਫਿਟ। ਦੇਖੋ 4 ਥਿਓਰੀਜ਼ ਨੇ, ਬਹੁਤ ਹੀ ਸਿੰਪਲ ਨੇ, ਕੁਝ ਖਾਸ ਨਹੀਂ ਹੈ। ਸਭ ਤੋਂ ਪਹਿਲੀ ਥਿਓਰੀ ਹੈ ਡਾਇਨੈਮਿਕ ਥਿਓਰੀ ਆਫ ਪ੍ਰੋਫਿਟ। ਜੋ ਡਾਇਨੈਮਿਕ ਥਿਓਰੀ ਹੈ ਇਹ ਕਿਹਨੇ ਮਤਲਬ ਪ੍ਰੋਪਾਊਂਡ ਕੀਤੀ ਸੀ? ਪ੍ਰੋਫੈਸਰ JB ਕਲਾਰਕ ਨੇ। ਉਹ ਕੀ ਕਹਿੰਦੇ ਸੀ ਵੀ ਸਿਰਫ ਡਾਇਨੈਮਿਕ ਸਰਪਲਸ ਕਰਕੇ ਹੀ ਪ੍ਰੋਫਿਟ ਮਿਲਦਾ ਹੈ, ਸਟੈਟਿਕ ਕੰਡੀਸ਼ਨਸ ਦੇ ਵਿੱਚ ਕੋਈ ਪ੍ਰੋਫਿਟ ਨਹੀਂ ਮਿਲਦਾ, ਕਿਉਂਕਿ ਡਾਇਨੈਮਿਕ ਕੰਡੀਸ਼ਨਸ ਦੇ ਵਿੱਚ ਜੋ ਪ੍ਰਾਈਸ ਹੈ, ਠੀਕ ਹੈ, ਅਤੇ ਜੋ ਕੋਸਟ ਹੈ, ਉਹਨਾਂ ਦੋਨਾਂ 'ਚ ਡਿਫਰੈਂਸ ਹੋਊਗਾ। ਉਹ ਡਿਫਰੈਂਸ ਹੀ ਕੀ ਹੁੰਦਾ? ਪ੍ਰੋਫਿਟ। ਦੇਖੋ ਜਿਵੇਂ ਇੱਕ ਸਿੰਪਲ ਜਿਹੀ ਡਾਇਗਰਾਮ ਬਣੀ ਹੋਈ ਹੈ, ਪਰਫੈਕਟ ਕੰਪੀਟੀਸ਼ਨ ਮਾਰਕੀਟ ਨੂੰ ਦਿਖਾ ਰਹੀ ਹੈ। AR ਅਤੇ MR ਦੋਨੋਂ ਬਰਾਬਰ ਨੇ, ਹੌਰੀਜ਼ੌਂਟਲ ਲਾਈਨ ਹੈ, AC U ਸ਼ੇਪ ਦੀ ਹੈ, MC ਮਿਨੀਮਮ ਪੁਆਇੰਟ 'ਤੇ ਕੱਟ ਕਰਕੇ ਜਾ ਰਹੀ ਹੈ। ਤਾਂ ਜਿੱਥੇ MC ਅਤੇ MR ਬਰਾਬਰ ਹੁੰਦੇ ਨੇ ਉੱਥੇ ਇਕੁਇਲਿਬਰੀਅਮ, ਔਰ ਪ੍ਰਾਈਸ
AR ਨੂੰ ਵੀ ਉੱਥੇ ਟੱਚ ਕਰ ਰਹੇ, AC ਨੂੰ ਵੀ। ਇਹਦਾ ਮਤਲਬ ਨੋਰਮਲ ਪ੍ਰੋਫਿਟ ਨੇ, ਠੀਕ ਹੈ। OP ਹੀ ਐਵਰੇਜ ਕੋਸਟ ਹੈ, OP ਹੀ ਐਵਰੇਜ ਰੈਵਨਿਊ ਹੈ, ਠੀਕ ਹੈ। ਹਾਂਜੀ, ਕਲਾਰਕ ਕੀ ਕਹਿੰਦਾ ਸੀ ਵੀ ਜੋ ਆਪਣੀ ਅਸਲ ਜ਼ਿੰਦਗੀ ਹੁੰਦੀ ਹੈ ਨਾ ਉਹ ਗਤੀਸ਼ੀਲ ਹੀ ਹੁੰਦੀ ਹੈ। ਗਤੀਸ਼ੀਲ ਮਤਲਬ ਬਦਲਣਾ, ਕਦੇ ਜਨਸੰਖਿਆ ਬਦਲ ਗਈ, ਕਦੇ ਡਿਮਾਂਡ ਚੇਂਜ ਹੋ ਗਈ, ਕਦੇ ਟੈਕਨੀਕ ਚੇਂਜ ਹੋ ਗਈ, ਤਾਂ ਇਹਨਾਂ ਰੀਜ਼ਨਸ ਕਰਕੇ ਕੁਛ ਨਾ ਕੁਛ ਚੇਂਜ ਹੋਊਗਾ, ਜਿਹਦੇ ਕਰਕੇ ਲਾਗਤ ਦੇ ਵਿੱਚ ਅਤੇ ਕੀਮਤ ਦੇ ਵਿੱਚ ਅੰਤਰ ਹੋਊਗਾ ਔਰ ਉਹ ਅੰਤਰ ਪ੍ਰੋਫਿਟ ਦੇਊਗਾ। ਉਹ ਤੋਂ ਬਾਅਦ ਆਲੋਚਨਾ, ਕ੍ਰਿਟਿਸਿਜ਼ਮ। ਹਾਂਜੀ, ਜੋ ਅੱਗੇ ਵਾਲੇ ਆਪਣੇ ਇਕੋਨੋਮਿਸਟ ਆਉਂਦੇ ਨੇ ਉਹ ਕੁਛ ਨਾ ਕੁਛ ਪ੍ਰੋਬਲਮ ਫਾਈਂਡ ਕਰਦੇ ਨੇ, ਉਹਨਾਂ ਨੂੰ ਕੀ ਲੱਗਦਾ ਵੀ ਨਹੀਂ, ਮਤਲਬ ਜ਼ਰੂਰੀ ਨਹੀਂ ਹੈ ਕਿ ਸਿਰਫ ਇਹੀ ਰੀਜ਼ਨ ਹੋਵੇ ਡਾਇਨੈਮਿਕ ਦਾ, ਤਾਂ ਉਹ ਕਹਿੰਦੇ ਸੀ ਹੋਰ ਵੀ ਬਹੁਤ ਸਾਰੇ ਰੀਜ਼ਨ ਹੁੰਦੇ ਆ ਜਿਨ੍ਹਾਂ ਕਰਕੇ ਪ੍ਰੋਫਿਟ ਜਨਰੇਟ ਹੁੰਦਾ ਹੈ। ਹਾਂਜੀ, ਨੈਕਸਟ ਆਪਣੀ ਥਿਓਰੀ ਹੈ ਇਨੋਵੇਸ਼ਨ ਥਿਓਰੀ ਆਫ ਪ੍ਰੋਫਿਟ। ਇੱਕ ਗੱਲ ਯਾਦ ਰੱਖਿਓ, ਇਨੋਵੇਸ਼ਨਸ ਦਾ ਕੰਸੈਪਟ ਪ੍ਰੋਫੈਸਰ ਸ਼ੁੰਪੀਟਰ ਨੇ ਹੀ ਦਿੱਤਾ ਹੋਇਆ ਹੈ। ਤਾਂ ਇਹ ਜੋ ਥਿਓਰੀ ਹੈ ਇਹ ਪ੍ਰੋਪਾਊਂਡ ਕੀਤੀ ਗਈ ਸੀ ਪ੍ਰੋਫੈਸਰ ਸ਼ੁੰਪੀਟਰ ਦੇ ਦੁਆਰਾ। ਉਹ ਕੀ ਕਹਿੰਦੇ ਸੀ ਵੀ ਇੱਕ ਐਂਟਰਪ੍ਰੇਨਿਓਰ ਨੂੰ ਨਿਊ ਇਨੋਵੇਸ਼ਨਸ ਕਰਨੀਆਂ ਚਾਹੀਦੀਆਂ ਨੇ, ਠੀਕ ਹੈ। ਨਿਊ ਇਨੋਵੇਸ਼ਨਸ ਕਰਕੇ ਹੀ ਉਹਨੂੰ ਕੀ ਮਿਲੇਗਾ, ਪ੍ਰੋਫਿਟ ਮਿਲੇਗਾ, ਠੀਕ ਹੈ। ਹਾਂਜੀ, ਉਹ ਕਹਿੰਦੇ ਸੀਗੇ ਕਿ ਨਿਊ ਇਨੋਵੇਸ਼ਨਸ ਕਰਕੇ ਜੋ ਐਂਟਰਪ੍ਰੇਨਿਓਰ ਹੈ ਉਹ ਆਪਣੇ ਖਰਚੇ ਘਟਾ ਸਕਦਾ ਹੈ, ਠੀਕ ਹੈ, ਅਤੇ ਆਪਣੀ ਆਮਦਨ ਨੂੰ ਵਧਾ ਸਕਦਾ ਹੈ। ਇਸੇ ਕਰਕੇ ਜੋ ਮਤਲਬ ਲਾਗਤ ਔਰ ਲਾਭ ਦਾ ਅੰਤਰ ਹੋਊਗਾ ਉਹ ਵੱਧ ਜਾਊਗਾ ਅਤੇ ਉਹਦਾ ਪ੍ਰੋਫਿਟ ਹੋਊਗਾ। ਹੁਣ ਉਹਨਾਂ ਨੇ ਇਨੋਵੇਸ਼ਨਸ 5 ਤਰ੍ਹਾਂ ਦੀਆਂ ਦੱਸੀਆਂ ਨੇ, ਜਿਵੇਂ ਨਿਊ ਪ੍ਰੋਡਕਟ ਲੈ ਕੇ ਆਉਣਾ, ਨਿਊ ਮੈਥਡ ਆਫ ਪ੍ਰੋਡਕਸ਼ਨ, ਜਾਂ ਫਿਰ ਇੱਕ ਨਿਊ ਮਾਰਕੀਟ ਲੈ ਕੇ ਆਉਣੀ, ਜਾਂ ਫਿਰ ਨਿਊ ਸੋਰਸ ਆਫ ਰॉ ਮਟੀਰੀਅਲ, ਠੀਕ ਹੈ। ਇੱਦਾਂ ਦੇ ਇਹਨਾਂ ਕਰਕੇ ਹੀ ਕੀ ਮਿਲੇਗਾ ਐਂਟਰਪ੍ਰੇਨਿਓਰ ਨੂੰ ਲਾਭ। ਇਹਨੂੰ ਵੀ ਕ੍ਰਿਟੀਸਾਈਜ਼ ਕੀਤਾ ਗਿਆ ਕਿ ਮਤਲਬ ਇਹ ਜੋ ਲਾਭ ਹੋਣਗੇ ਟੈਂਪਰੇਰੀ ਹੋਣਗੇ, ਕਿਉਂਕਿ ਬਾਅਦ ਵਿੱਚ ਇਹਨਾਂ ਦੀ ਨਾ ਦੂਸਰੇ ਪ੍ਰੋਡਿਊਸਰ ਇਮੀਟੇਸ਼ਨ ਕਰਨੀ ਸ਼ੁਰੂ ਕਰ ਦਿੰਦੇ ਨੇਗੇ, ਨਕਲ ਕਰਨੀ ਸ਼ੁਰੂ ਕਰ ਦਿੰਦੇ ਨੇ, ਠੀਕ ਹੈ। ਨਾਲੇ ਬਾਕੀ ਜੋ ਹੋਰ ਰੀਜ਼ਨਸ ਕਰਕੇ ਪ੍ਰੋਫਿਟ ਮਿਲਦਾ ਉਹ ਸ਼ੁੰਪੀਟਰ ਨੇ ਇਗਨੋਰ ਕੀਤੇ ਸੀ। ਤਾਂ ਸਿਰਫ ਇਨੋਵੇਸ਼ਨਸ ਕਰਕੇ ਹੀ ਨਹੀਂ, ਰਿਸਕ ਵਗੈਰਾ ਕਰਕੇ ਵੀ ਪ੍ਰੋਫਿਟ ਮਿਲਦਾ ਹੁੰਦਾ ਹੈ, ਠੀਕ ਹੈ। ਨੈਕਸਟ ਥਿਓਰੀ ਵੀ ਆਪਣੀ ਇਹੀ ਹੈ, ਰਿਸਕ ਥਿਓਰੀ ਆਫ ਪ੍ਰੋਫਿਟ। ਹਾਂਜੀ, ਅਮੈਰੀਕਨ ਇਕੋਨੋਮਿਸਟ ਸੀ ਹੌਲੇ, ਉਹਨਾਂ ਦੀ ਬੁੱਕ ਸੀਗੀ ਐਂਟਰਪ੍ਰਾਈਜ਼ ਐਂਡ ਪ੍ਰੋਡਕਟਿਵ ਪ੍ਰੋਸੈਸ। ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜੋ ਉੱਦਮੀ ਹੈਗਾ ਹੈ ਨਾ, ਸਭ ਤੋਂ ਮੇਨ ਕੰਮ ਉਹਦਾ ਹੁੰਦਾ ਰਿਸਕ ਉਠਾਉਣਾ। ਦੇਖੋ ਰਿਸਕ ਤਾਂ ਹੁੰਦਾ ਹੀ ਹੈਗਾ, ਫਿਊਚਰ ਦੇ ਵਿੱਚ ਤੁਸੀਂ ਜਦੋਂ ਚੀਜ਼ ਬਣਾਓਗੇ ਅਤੇ ਸੇਲ ਕਰੋਗੇ ਉਹਦੇ ਵਿੱਚ ਕੁਛ ਟਾਈਮ ਇੰਟਰਵਲ ਦਾ ਗੈਪ ਹੁੰਦਾ ਹੈ। ਇਸ ਟਾਈਮ ਇੰਟਰਵਲ ਵਿੱਚ ਕੁਛ ਵੀ ਹੋ ਸਕਦਾ ਹੈ ਨਾ, ਹੋ ਸਕਦਾ ਤੁਹਾਡੀ ਚੀਜ਼ ਦਾ ਪ੍ਰਾਈਸ ਕਾਫੀ ਘੱਟ ਜੇ, ਤਾਂ ਐਂਟਰਪ੍ਰੇਨਿਓਰ ਨੂੰ ਪ੍ਰੋਫਿਟ ਵੀ ਮਿਲ ਸਕਦੇ ਨੇ ਅਤੇ ਲੋਸਿਸ ਵੀ ਮਿਲ ਸਕਦੇ ਨੇ। ਇਹਦਾ ਮਤਲਬ ਉਹ ਰਿਸਕ ਉਠਾ ਰਿਹਾ, ਇਸ ਰਿਸਕ ਕਰਕੇ ਹੀ ਉਹਨੂੰ ਲਾਭ ਮਿਲਦਾ। ਔਰ ਇੱਕ ਗੱਲ ਹੋਰ ਯਾਦ ਰੱਖਿਓ, ਜਿੰਨੇ ਰਿਸਕ ਜ਼ਿਆਦਾ ਹੋਣਗੇ ਪ੍ਰੋਫਿਟ ਉਨਾ ਜ਼ਿਆਦਾ ਹੋਏਗਾ, ਅਗਰ ਰਿਸਕ ਘੱਟ ਹੋਣਗੇ ਤਾਂ ਪ੍ਰੋਫਿਟ ਵੀ ਘੱਟ ਹੋਊਗਾ। ਹਾਂਜੀ, ਰਿਸਕ ਨੂੰ ਵੀ ਉਹਨਾਂ ਨੇ 4 ਪਾਰਟਸ 'ਚ ਡਿਵਾਈਡ ਕੀਤਾ। ਰਿਪਲੇਸਮੈਂਟ ਰਿਸਕ, ਇਹ ਤਾਂ ਉਹੀ ਹੋ ਗਿਆ ਮਸ਼ੀਨਾਂ ਪੁਰਾਣੀਆਂ ਹੋ ਜਾਂਦੀਆਂ ਨੇ ਹੈ ਨਾ, ਕਿ ਡੈਪਰੀਸੀਏਸ਼ਨ ਹੋਊਗੀ, ਤਾਂ ਇਹ ਐਕਚੁਅਲ ਦੇ ਵਿੱਚ ਕੋਈ ਰਿਸਕ ਨਹੀਂ ਹੁੰਦਾ। ਇੱਕ ਹੁੰਦਾ ਰਿਸਕ ਪ੍ਰੋਪਰ ਅਤੇ ਅਨਸਰਟੇਨਿਟੀ, ਇਹ ਤਾਂ ਹੈਗਾ ਹੀ ਹੈ। ਅਨਸਰਟੇਨਿਟੀ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ। ਇੱਕ ਹੁੰਦਾ ਅਬਸੋਲਸੈਂਸ, ਅਬਸੋਲਸੈਂਸ ਦਾ ਮਤਲਬ ਹੁੰਦਾ ਪੁਰਾਣਾ ਪੈ ਜਾਣਾ, ਜੋ ਟੈਕਨੀਕਸ ਨੇ ਉਹ ਪੁਰਾਣੀਆਂ ਹੁੰਦੀਆਂ ਨੇ, ਲੇਕਿਨ ਇਹਦਾ ਵੀ ਥੋੜ੍ਹਾ ਬਹੁਤ ਐਸਟੀਮੇਸ਼ਨ ਲਗਾਇਆ ਜਾ ਸਕਦਾ, ਠੀਕ ਹੈ। ਤਾਂ ਬਸ ਮੇਨਲੀ ਉਹ ਇਹੀ ਕਹਿਣਾ ਚਾਹੁੰਦੇ ਨੇ ਵੀ ਜੋਖਿਮ ਕਰਕੇ, ਮੁੱਖ ਜੋਖਿਮ ਜਾਂ ਨਿਸ਼ਚਿਤਤਾ ਕਰਕੇ ਜੋ ਮਿਲੂਗਾ ਉੱਦਮੀ ਨੂੰ ਉਹ ਕੀ ਹੋਊਗਾ, ਪੁਰਸਕਾਰ, ਉਹ ਪੁਰਸਕਾਰ ਲਾਭ ਹੋਊਗਾ। ਇਹਦੇ ਵੀ ਕ੍ਰਿਟਿਸਿਜ਼ਮ ਨੇ, ਜੋਖਿਮ ਘੱਟ ਕਰਨ ਦਾ ਪੁਰਸਕਾਰ। ਤਾਂ ਕਈ ਇਕੋਨੋਮਿਸਟ ਕਹਿੰਦੇ ਨੇ ਸਿਰਫ ਜੋਖਿਮ ਨੂੰ ਸਹਿਣ ਕਰਨ ਦਾ ਪੁਰਸਕਾਰ ਨਹੀਂ ਹੁੰਦਾ ਲਾਭ, ਉਹਨੂੰ ਘੱਟ ਕਰਨ ਦਾ ਪੁਰਸਕਾਰ ਹੁੰਦਾ। ਅਤੇ ਇੱਕ ਹੋਰ ਨੈਕਸਟ ਕੀ ਕਹਿ ਰਹੇ ਨੇ, ਸਾਰੇ ਤਰ੍ਹਾਂ ਦੇ ਜੋਖਿਮ ਦਾ ਪੁਰਸਕਾਰ ਨਹੀਂ, ਕਹਿੰਦੇ ਸਿਰਫ ਉਹ ਜੋਖਿਮ ਜਿਨ੍ਹਾਂ ਨੂੰ ਆਪਾਂ ਮਤਲਬ ਗੈਸ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ, ਸਿਰਫ ਉਹਨਾਂ ਜੋਖਿਮ ਦਾ ਪੁਰਸਕਾਰ ਹੀ ਲਾਭ ਹੈ। ਬਾਕੀ ਕਈ ਜੋਖਿਮ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਫੀਲ ਵੀ ਕਰ ਸਕਦੇ ਹਾਂ, ਆਪਾਂ ਇਸੇ ਕਰਕੇ ਤਾਂ ਇੰਸ਼ੋਰੈਂਸ ਕਰਵਾ ਕੇ ਰੱਖਦੇ ਹਾਂ। ਨੈਰੋ ਥਿਓਰੀ ਸਿਰਫ ਜੋਖਿਮ ਨੂੰ ਹੀ ਲਿਆ, ਬਾਕੀ ਐਲੀਮੈਂਟਸ ਨਹੀਂ ਲਏ, ਇਸ ਕਰਕੇ ਨੈਰੋ ਕੰਸੈਪਟ ਹੈ, ਠੀਕ ਹੈ। ਇੱਕ ਲਾਸਟ ਥਿਓਰੀ ਆਪਣੀ ਹੈਗੀ ਹੈ ਅਨਸਰਟੇਨਿਟੀ ਬੀਅਰਿੰਗ ਥਿਓਰੀ ਆਫ ਪ੍ਰੋਫਿਟ। ਤਾਂ ਇੱਕ ਆਪਣੇ ਇਕੋਨੋਮਿਸਟ ਸੀ ਫਰੈਂਕ ਨਾਈਟ, ਉਹਨਾਂ ਨੇ ਕੀ ਕਿਹਾ ਸੀ ਵੀ ਜੋ ਐਂਟਰਪ੍ਰੇਨਿਓਰ ਹੈ ਉਹ ਅਨਸਰਟੇਨਿਟੀਜ਼ ਨੂੰ ਸਹਿਣ ਕਰਦਾ, ਉਹਨਾਂ ਨੂੰ ਸਹਿਣ ਕਰਨ ਕਰਕੇ ਹੀ ਜੋ ਰਿਵੋਰਡ ਮਿਲਦਾ ਉਸਨੂੰ ਉਹ ਕੀ ਹੈ, ਲਾਭ ਹੁੰਦਾ ਹੈਗਾ, ਠੀਕ ਹੈ। ਹੁਣ ਉਹਨਾਂ ਨੇ ਕੀ ਦੱਸਿਆ ਵੀ ਅਨਸਰਟੇਨਿਟੀਜ਼ ਅਤੇ ਰਿਸਕ ਥੋੜ੍ਹੇ ਡਿਫਰੈਂਟ ਹੈ। ਜਿਵੇਂ ਇੱਕ ਹੁੰਦਾ ਸਰਟੇਨ ਰਿਸਕ, ਜਿਵੇਂ ਕੋਈ ਚੋਰੀ ਵਗੈਰਾ, ਕੋਈ ਅੱਗ ਲੱਗਣੀ ਹੈ ਨਾ, ਇਹ ਚੀਜ਼ਾਂ, ਪਰ ਇਹਨਾਂ ਦਾ ਤੁਸੀਂ ਮਤਲਬ ਐਸਟੀਮੇਸ਼ਨ ਲਗਾ ਸਕਦੇ ਹੋ ਅਤੇ ਇਹਨਾਂ ਤੋਂ ਬਚਣ ਲਈ ਆਪਾਂ ਇੰਸ਼ੋਰੈਂਸ ਵੀ ਲੈ ਸਕਦੇ ਹਾਂ। ਦੂਸਰੇ ਹੁੰਦੇ ਨੇ ਅਨਸਰਟੇਨ ਰਿਸਕ, ਜਿਨ੍ਹਾਂ ਬਾਰੇ ਆਪਾਂ ਨੂੰ ਨਹੀਂ ਪਤਾ, ਵੀ ਜਿਵੇਂ ਮੰਗ ਵਿੱਚ ਪਰਿਵਰਤਨ ਹੋਣਾ ਹੈ ਨਾ, ਲੋਕਾਂ ਦਾ ਟੇਸਟ ਚੇਂਜ ਹੋ ਜਾਣਾ, ਨਿਊ ਇਨੋਵੇਸ਼ਨਸ ਹੋ ਜਾਣੀਆਂ, ਗੌਰਮੈਂਟ ਨੇ ਕੋਈ ਪੋਲਿਸੀ ਚੇਂਜ ਕਰਤੀ, ਇਹਨਾਂ ਕਰਕੇ ਵੀ। ਜਿਵੇਂ ਬਾਜ਼ਾਰ ਵਿੱਚ ਕੀ ਹੈ, ਅਨਿਸ਼ਚਿਤ ਹੈ, ਹੁਣ ਬਾਜ਼ਾਰ 'ਚ ਕਿਸ ਟਾਈਮ ਕੀ ਹੋ ਜੇ ਹੈ ਨਾ,
ਕਦੋਂ ਕਸਟਮਰ ਦਾ ਟੇਸਟ ਚੇਂਜ ਹੋ ਜੇ, ਉਹਨੂੰ ਕਿਹੜੀ ਚੀਜ਼ ਪਸੰਦ ਆਉਣੀ ਬੰਦ ਹੋ ਜੇ। ਕੰਪੀਟੀਟਿਵ ਅਨਸਰਟੇਨਿਟੀ ਮਤਲਬ ਨਵੀਆਂ ਫਰਮਸ ਆ ਕੇ ਤੁਹਾਨੂੰ ਕੰਪੀਟੀਸ਼ਨ ਦੇਣਾ ਸ਼ੁਰੂ ਕਰ ਦੇਣ, ਗੌਰਮੈਂਟ ਕੋਈ ਇੰਟਰਫੇਅਰੈਂਸ ਸ਼ੁਰੂ ਕਰ ਦੇ, ਜਿਵੇਂ ਹੁਣ ਕਿਸਾਨਾਂ ਲਈ ਦੇਖੋ ਕਿੰਨੀ ਪ੍ਰੋਬਲਮ ਚੱਲ ਰਹੀ ਹੈ, ਕੋਈ ਟੈਕਨੀਕਲੀ ਜਾਂ ਟਰੇਡ ਸਾਈਕਲਸ, ਜਿਵੇਂ ਹੁਣ ਕੋਵਿਡ ਕਰਕੇ ਰਿਸੈਸ਼ਨ ਮੰਦੀ ਚੱਲ ਰਹੀ ਹੈ। ਤਾਂ ਇਹਨਾਂ ਚੀਜ਼ਾਂ ਕਰਕੇ ਜੋ ਅਨਸਰਟੇਨਿਟੀ ਹੁੰਦੀ ਹੈ ਉਹਨੂੰ ਸਹਿਨ ਕਰਨ ਦਾ ਜੋ ਰਿਵੋਰਡ ਹੈ ਉਹ ਕੀ ਹੋਊਗਾ, ਪ੍ਰੋਫਿਟ। ਅੱਗੇ ਕ੍ਰਿਟਿਸਿਜ਼ਮ ਇਹਦਾ ਵੀ ਸੇਮ ਹੈ ਵੀ ਸਿਰਫ ਅਨਸਰਟੇਨਿਟੀ ਨੂੰ ਲਿਆ, ਬਾਕੀ ਫੈਕਟਰਸ ਨੂੰ ਮਤਲਬ ਇਗਨੋਰ ਕਰਤਾ। ਜੋ ਐਜ਼ੰਪਸ਼ਨਸ ਨੇਗੀਆਂ ਉਹ ਅਨਰੀਅਲ ਹੈ। ਵੇਗ ਦਾ ਮਤਲਬ ਹੁੰਦਾ ਨੋਟ ਕਲੀਅਰ, ਵੀ ਕੰਸੈਪਟ ਇੰਨਾ ਕਲੀਅਰ ਨਹੀਂ ਹੈਗਾ, ਠੀਕ ਹੈ। ਜਿਹੜੀ ਜੁਆਇੰਟ ਸਟੋਕ ਕੰਪਨੀਜ਼ ਹੁੰਦੀਆਂ ਨੇ ਉਹਨਾਂ ਦੇ ਤਾਂ ਬਹੁਤ ਸਾਰੇ ਸ਼ੇਅਰ ਹੋਲਡਰਸ ਹੁੰਦੇ ਨੇ, ਤਾਂ ਉਹਨਾਂ ਨੂੰ ਇੰਨੀ ਕੋਈ ਦਿੱਕਤ ਨਹੀਂ ਆਉਂਦੀ, ਉਹਨਾਂ 'ਤੇ ਇਹ ਥਿਊਰੀ ਐਪਲੀਕੇਬਲ ਨਹੀਂ ਹੈਗੀ ਇੱਦਾਂ। ਤਾਂ 4 ਛੋਟੀ ਛੋਟੀ ਥਿਊਰੀਜ਼ ਹੈ, ਜਸਟ ਇਹਨਾਂ ਨੂੰ ਰਿਵਾਈਜ਼ ਕਰ ਲਿਓ। ਓਕੇ।